हाँ जी, जय मास्ता दी सारिਆਂ ਨੂੰ। ਪਹਿਲੀਆਂ ਜੋ ਵੀਡੀਓ ਬਣਾਈਆਂ ਗਈਆਂ ਉਹਨਾਂ ਦੇ ਵਿੱਚ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਜਨਮ ਬਾਰੇ, ਉਹਨਾਂ ਦੇ ਮਾਤਾ ਪਿਤਾ ਬਾਰੇ ਔਰ ਦਾਤਾ ਜੀ ਦਾ ਦਾਤਾ ਢੇਰੇ ਸ਼ਾਹ ਸੱਚੀਆਂ ਸਰਕਾਰਾਂ ਨਾਲ ਮੇਲ ਕਿੱਦਾਂ ਹੋਇਆ, ਇਸ ਬਾਰੇ ਆਪ ਸਭ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਮੇਰੀ ਇਹ ਜੋ ਅੱਜ ਦੀ ਵੀਡੀਓ ਹੈ ਇਸ ਦੇ ਵਿੱਚ ਉਹ ਕਿਹੜੀ ਵਜ੍ਹਾ ਸੀ ਜਿਸ ਵਜ੍ਹਾ ਕਰਕੇ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਲਾਹੌਰ ਜੇਲ੍ਹ ਵਿੱਚ ਜਾਣਾ ਪਿਆ, ਉਹ ਵਜ੍ਹਾ ਦੱਸਦੇ ਹਾਂ। ਗੁਰੂ ਪਿਆਰਿਓ, ਗੱਲ ਅੰਗਰੇਜ਼ੀ ਰਾਜ ਦੇ ਸਮੇਂ ਦੀ ਹੈ, ਜਿਸ ਵਕਤ ਅੰਗਰੇਜ਼ਾਂ ਦਾ ਹਿੰਦੁਸਤਾਨ ਉੱਤੇ ਰਾਜ ਹੋਇਆ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਪਿੰਡ ਮਹਿਮੋਵਾਲ ਦੀਆਂ 3 ਔਰਤਾਂ ਜਿਨ੍ਹਾਂ ਨੇ ਕਿ ਪਾਂਸਟੇ ਨੂੰ ਆਪਣੇ ਰਿਸ਼ਤੇਦਾਰਾਂ ਦੇ ਕਿਸੇ ਭੋਗ 'ਤੇ ਜਾਣਾ ਸੀ, ਸੋ ਉਹਨਾਂ ਨੇ ਪਿੰਡ ਹਰਮੋਇਆ ਵਿੱਚ ਦੀ ਹੋ ਕੇ ਲੰਘਣਾ ਸੀ। ਬਹੁਤ ਸਾਰੀਆਂ ਸੰਗਤਾਂ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਦਰਸ਼ਨਾਂ ਵਾਸਤੇ ਮਾਈ ਜਾਮਣ ਸ਼ਾਹ ਜਾ ਰਹੀਆਂ ਸਨ, ਸੋ ਉਹ ਔਰਤਾਂ ਵੀ ਦਾਤਾ ਜੀ ਦੇ ਦਰਸ਼ਨਾਂ ਵਾਸਤੇ ਮਾਈ ਜਾਮਣ ਸ਼ਾਹ ਚਲੀਆਂ ਗਈਆਂ। ਗੁਰੂ ਪਿਆਰਿਓ, ਕਿਆ ਹੁੰਦਾ ਸੀ ਕਿ ਮੀਆਂ ਹਸਨ ਮੁਹੰਮਦ ਸੱਚੀ ਸਰਕਾਰ ਆਪਣੇ ਹੱਥ ਦੇ ਵਿੱਚ ਇੱਕ ਮੁਦਗਰ ਰੱਖਦੇ ਸਨ, ਮੌਜੀ ਠਾਕਰ ਸਨ। ਜਦੋਂ ਦਿਲ ਵਿੱਚ ਆਇਆ ਜਿਹੜੀ ਚੀਜ਼ ਹੱਥ ਵਿੱਚ ਹੋਣੀ ਉਹੀ ਛੱਡਵੀਂ ਮਾਰ ਦੇਣੀ, ਸੋ ਇਸ ਕਰਕੇ ਬਹੁਤ ਸਾਰੀਆਂ ਸੰਗਤਾਂ ਡਰਦੀਆਂ ਉਹਨਾਂ ਦੇ ਪਾਸ ਨਹੀਂ ਜਾਂਦੀਆਂ ਸੀ, ਸੋ ਦੂਰੋਂ ਹੀ ਬੈਠ ਕੇ ਸਾਰੇ ਸਲਾਮ ਕਰ ਦਿੰਦੇ ਸਨ। ਕਿਆ ਗੱਲ ਹੋਈ, ਜਦੋਂ ਸਾਰੀਆਂ ਹੀ ਸੰਗਤਾਂ ਬੈਠੀਆਂ ਸਨ ਤਾਂ ਉਹ ਔਰਤਾਂ ਦਾਤਾ ਜੀ ਦੇ ਦਰਸ਼ਨਾਂ ਵਾਸਤੇ ਮੀਆਂ ਸਾਹਿਬ ਜੀ ਦੇ ਕੋਲ ਨੂੰ ਜਾਣ ਲੱਗੀਆਂ। ਸੰਗਤਾਂ ਨੇ ਉਹਨਾਂ ਨੂੰ ਬਹੁਤ ਰੋਕਿਆ ਕਿ ਤੁਸੀਂ ਮਾਸਤਾਂ ਦੇ ਕੋਲ ਨਾ ਜਾਓ, ਪਰ ਉਹ ਨਾ ਡਰੀਆਂ ਔਰ ਅੱਗੇ ਹੀ ਵਧਦੀਆਂ ਗਈਆਂ। ਦਾਤਾ ਜੀ ਨੇ ਵੀ ਉਹਨਾਂ ਨੂੰ ਇਸ਼ਾਰੇ ਨਾਲ ਕਿਹਾ ਕਿ ਸਾਡੇ ਪਾਸ ਨਾ ਆਉਣਾ, ਪਰ ਉਹ ਫਿਰ ਵੀ ਮਾਸਤਾਂ ਦੇ ਨਾ ਕਹਿਣੇ ਵਿੱਚ ਰਹਿ ਕੇ ਉਹਨਾਂ ਦੇ ਪਾਸ ਚਲੀਆਂ ਗਈਆਂ। ਦੱਸਦੇ ਹਨ ਕਿ ਉਹਨਾਂ ਔਰਤਾਂ ਨੇ ਮਾਸਤਾਂ ਨੂੰ ਕੋਈ ਟੀਚਰ ਜਾਂ ਮਖੌਲ ਕਰ ਦਿੱਤੀ, ਕਿਉਂਕਿ ਮੀਆਂ ਹਸਨ ਮੁਹੰਮਦ ਸੱਚੀ ਸਰਕਾਰ ਅਲਮਸਤ ਫਕੀਰ ਸਨ, ਕੱਪੜੇ ਪਹਿਨਣ ਤੋਂ ਬੇਪਰਵਾਹ ਰਹਿੰਦੇ ਸਨ, ਅਲਫ ਨੰਗੇ ਰਹਿੰਦੇ ਸਨ। ਉਹਨਾਂ ਦਾ ਹੁਸਨ ਹੀ ਇੰਨਾ ਸੀ ਕਿ ਜਿਸ ਦੀ ਸਿਫਤ ਕਰਨਾ ਸਿਫਤਾਂ ਤੋਂ ਬਾਹਰ ਹੈ। ਦਾਤਾ ਜੀ ਕੰਨਾਂ ਵਿੱਚ ਛੋਟੀਆਂ ਛੋਟੀਆਂ ਬਾਲੀਆਂ ਪਾਉਂਦੇ ਸਨ, ਸੋ ਉਹਨਾਂ ਔਰਤਾਂ ਨੇ ਆਪਣੇ ਮਜ਼ਾਕੀਆ ਸੁਭਾਅ ਕਰਕੇ ਦਾਤਾ ਜੀ ਨੂੰ ਟੀਚਰ ਕਰ ਦਿੱਤੀ, ਜਿਸ ਕਰਕੇ ਮਾਸਤਾਂ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਇਆ। ਦਾਤਾ ਜੀ ਨੇ ਆਪਣੇ ਪਾਸ ਪਈ ਉਹ ਮੁਦਗਰ ਚੁੱਕੀ ਔਰ ਉਹਨਾਂ ਔਰਤਾਂ ਦੇ ਮਗਰ ਦੌੜਨ ਲੱਗੇ। 2 ਔਰਤਾਂ ਤਾਂ ਦੌੜ ਕੇ ਬਚ ਗਈਆਂ, ਪਰ ਇੱਕ ਔਰਤ ਜਿਹੜੀ ਕਿ ਬਹੁਤ ਹੀ ਬਜ਼ੁਰਗ ਸੀ, ਜਦੋਂ ਉਹ ਦੌੜਨ ਲੱਗੀ ਤਾਂ ਉਸ ਦਾ ਪੈਰ ਝਾੜੀ ਦੇ ਵਿੱਚ ਫਸ ਗਿਆ ਅਤੇ ਉਹ ਡਿੱਗ ਪਈ। ਦਾਤਾ ਜੀ ਨੇ ਆਪਣੀ ਮੁਦਗਰ ਦੇ ਨਾਲ 3 ਵਾਰ ਉਸ ਦੇ ਸਿਰ ਵਿੱਚ ਕਰ ਦਿੱਤੇ, ਸੋ ਉਹ ਔਰਤ ਥਾਂ ਹੀ ਮਰ ਕੇ ਢੇਰ ਹੋ ਗਈ। ਦਾਤਾ ਜੀ ਨੇ ਉਸ ਨੂੰ ਲੱਤ ਤੋਂ ਫੜ ਕੇ ਘੜੀਸਿਆ ਅਤੇ ਪਰਾਂ ਲਿਜਾ ਕੇ ਸੁੱਟ ਦਿੱਤਾ। ਉਸ ਉੱਪਰ ਰਜਾਈ ਦੇ ਕੇ ਉਸ ਨੂੰ ਢੱਕ ਦਿੱਤਾ। ਇੱਕ ਧਰਮੀ ਔਰਤ ਨੂੰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਮਾਰ ਦਿੱਤਾ। ਇਸ ਗੱਲ ਦੀ ਖਬਰ ਸਾਰੇ ਹੀ ਇਲਾਕੇ ਵਿੱਚ ਫੈਲ ਗਈ। ਹੁਸ਼ਿਆਰਪੁਰ ਤੋਂ ਪੁਲਿਸ ਤਫਤੀਸ਼ ਵਾਸਤੇ ਆਈ। ਇੱਕ ਪੁਲਿਸੀਆ ਪਹਿਲਾਂ ਆਇਆ ਜੋ ਕਿ ਮੁਸਲਿਮ ਭਾਈਚਾਰੇ ਦਾ ਸੀ। ਸੋ ਗੁਰੂ ਪਿਆਰਿਓ, ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਜਦ ਉਸ ਨੂੰ ਦੇਖਿਆ, ਉਸ ਨੂੰ ਦੂਰੋਂ ਹੀ ਦੇਖਦਿਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਪੁਲਿਸੀਏ ਨੇ ਜਦੋਂ ਦਾਤਾ ਜੀ ਦਾ ਇਹ ਰੂਪ ਦੇਖਿਆ ਤਾਂ ਉਸ ਤੋਂ ਦਾਤਾ ਜੀ ਦਾ ਨੂਰ ਝੱਲ ਨਾ ਹੋਇਆ, ਦਾਤਾ ਜੀ ਦੀ ਜਲਾਲਤ ਝੱਲ ਨਾ ਹੋਈ। ਉਹ ਤਾਂ ਡਰਦਾ ਹੀ ਦੌੜ ਗਿਆ। ਜਦੋਂ ਉਹ ਖਾਲੀ ਹੱਥ ਵਾਪਸ ਹੁਸ਼ਿਆਰਪੁਰ ਥਾਣੇ ਪਹੁੰਚਿਆ ਤਾਂ ਉੱਥੇ ਹੀ ਇੱਕ ਹੋਰ ਪੁਲਿਸੀਆ ਸੀ। ਉਸ ਨੇ ਆਪਣੇ ਅਫਸਰਾਂ ਨੂੰ ਕਿਹਾ ਕਿ ਸਾਹਿਬ ਜੀ, ਇਸ ਨੇ ਉਸ ਫਕੀਰ ਦੇ ਨਾਲ ਲਿਹਾਜ਼ ਕੀਤੀ ਹੈ, ਕਿਉਂਕਿ ਉਹ ਵੀ ਮੁਸਲਮਾਨ ਹੈ, ਇਹ ਵੀ ਮੁਸਲਮਾਨ ਹੈ। ਇਸ ਨੇ ਭਾਈਚਾਰਾ ਦੇਖ ਕੇ ਉਸ ਨੂੰ ਨਹੀਂ ਫੜਿਆ। ਤੁਸੀਂ ਇੱਦਾਂ ਕਰੋ, ਮੈਨੂੰ ਭੇਜੋ, ਮੈਂ ਉਸ ਫਕੀਰ ਨੂੰ ਫੜ ਕੇ ਲਿਆਉਂਦਾ ਹਾਂ। ਸੋ ਉਹ ਪੁਲਿਸੀਆ ਹੰਕਾਰ-ਵਸ਼ ਹੋ ਕੇ ਦਾਤਾ ਜੀ ਨੂੰ ਫੜਨ ਵਾਸਤੇ ਆ ਗਿਆ। ਜਦੋਂ ਮਾਸਤਾਂ ਨੇ ਉਸ ਦੂਸਰੇ ਪੁਲਿਸੀਏ ਨੂੰ ਦੇਖਿਆ ਤਾਂ ਉਸ ਨੂੰ ਦੂਰੋਂ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਕਿਉਂਕਿ ਦਾਤਾ ਜੀ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰ ਦਿਲਾਂ ਦੀਆਂ ਜਾਣਦੇ ਸਨ, ਉਸ ਨੇ ਮਗਰ ਜੋ ਗੱਲਾਂ ਕੀਤੀਆਂ, ਦਾਤਾ ਜੀ ਨਾਲੇ ਉਸ ਨੂੰ ਗਾਲਾਂ ਕੱਢੀ ਗਏ ਅਤੇ ਨਾਲੇ ਕਹਿਣ ਲੱਗੇ ਕਿ ਉਸ ਨੇ ਤਾਂ ਸਾਨੂੰ
ਮੁਸਲਮਾਨ ਦੇਖ ਕੇ ਛੱਡ ਦਿੱਤਾ। ਇਹ ਗੱਲ ਆਪਣੇ ਤੂੰ ਅਫਸਰਾਂ ਨੂੰ ਕਹਿ ਕੇ ਆਇਆ, ਇੱਦਾਂ ਕਰ ਤੂੰ ਹੀ ਸਾਨੂੰ ਫੜ ਕੇ ਦੇਖ ਲਾ। ਕਹਿੰਦੇ ਜਿਸ ਵਕਤ ਉਸ ਪੁਲਿਸੀਏ ਨੇ ਮਾਸਤਾ ਨੂੰ ਹੱਥ ਘੜੀ ਲਾਉਣੀ ਚਾਹੀ ਤਾਂ ਹੱਥ ਘੜੀ ਆਪਣੇ ਆਪ ਟੁੱਟੀ ਗਈ। ਉਸਨੇ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਮਾਸਤਾ ਦੀ ਹੱਥ ਘੜੀ ਆਪਣੇ ਆਪ ਹੀ ਟੁੱਟੀ ਗਈ। ਦਾਤਾ ਜੀ ਨੇ ਉਸਦੇ ਮੂੰਹ 'ਤੇ ਇੱਕ ਬਹੁਤ ਹੀ ਜ਼ੋਰ ਨਾਲ ਚਪੇੜ ਮਾਰੀ ਤੇ ਕਹਿਣ ਲੱਗੇ, ਫਕੀਰ ਕਦੀ ਵੀ ਹੱਥ ਘੜੀਆਂ ਨਾਲ ਨਹੀਂ ਵੱਜਦੇ, ਜਾ ਕੇ ਸਾਡੇ ਲਈ ਤਾਂਗਾ ਲੈ ਕੇ ਆ, ਅਸੀਂ ਆਪ ਜਾਵਾਂਗੇ। ਸੋ ਉਸ ਪੁਲਿਸੀਏ ਨੂੰ ਇੱਕ ਤਾਂ ਆਪਣੀ ਨੌਕਰੀ ਦੀ ਫਿਕਰ ਪੈ ਗਈ, ਉੱਤੋਂ ਆਪਣੀ ਇੱਜ਼ਤ ਦੀ ਵੀ ਫਿਕਰ ਪੈ ਗਈ, ਕਿਉਂਕਿ ਅਗਰ ਉਹ ਖਾਲੀ ਹੱਥ ਵਾਪਸ ਜਾਂਦਾ ਤਾਂ ਉਸ ਨੂੰ ਸ਼ਾਇਦ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਜਾਂਦਾ। ਸੋ ਉਸ ਪੁਲਿਸੀਏ ਨੇ ਆਪਣੀ ਨੌਕਰੀ ਬਚਾਉਣ ਦੀ ਖਾਤਰ ਤਾਂਗਾ ਮੰਗਵਾਇਆ। ਦਾਤਾ ਜੀ ਤਾਂਗੇ ਦੇ ਵਿੱਚ ਬਹਿ ਕੇ ਹੁਸ਼ਿਆਰਪੁਰ ਨੂੰ ਗਏ। ਸੋ ਗੁਰੂ ਪਿਆਰਿਓ, ਦਾਤਾ ਜੀ ਦੇ ਉੱਪਰ ਕਤਲ ਕੇਸ ਦਾ ਮੁਕੱਦਮਾ ਦਰਜ ਹੋਇਆ, ਤਰੀਕਾਂ ਹੋਈਆਂ, ਬਿਆਨ ਹੋਏ, ਗਵਾਹ ਹੋਏ। ਵਕੀਲਾਂ ਨੇ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕੀਤੀ ਕਿ ਮਾਸਤਾ ਆਪਣੇ ਬਿਆਨ ਬਦਲ ਲੈਣ, ਪਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰ ਇੱਕ ਹੀ ਬਿਆਨ 'ਤੇ ਰਹੇ ਕਿ ਇਸ ਔਰਤ ਨੂੰ ਅਸੀਂ ਕਤਲ ਨਹੀਂ ਕੀਤਾ, ਸਾਡੀ ਮੁਦਗਰ ਨੇ ਕੀਤਾ ਹੈ। ਅੰਗਰੇਜ਼ਾਂ ਦੀ ਹਕੂਮਤ ਸੀ, ਸੋ ਉਹਨਾਂ ਨੇ ਕੀ ਕੀਤਾ, ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਕਤਲ ਕੇਸ ਕਰਕੇ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ। ਜਦੋਂ ਕਹਿੰਦੇ ਮਾਸਤਾ ਨੇ ਸਜ਼ਾ ਸੁਣੀ ਤਾਂ ਤਾੜੀਆਂ ਮਾਰ ਕੇ ਬਹੁਤ ਜ਼ੋਰ ਨਾਲ ਹੱਸਣ ਲੱਗੇ। ਸੰਗਤਾਂ ਹੈਰਾਨ ਹੋ ਗਈਆਂ ਕਿ ਮੀਆਂ ਹਸਨ ਮੁਹੰਮਦ ਸੱਚੀ ਸਰਕਾਰ ਇਸ ਤਰ੍ਹਾਂ ਕਿਉਂ ਕਰ ਰਹੇ ਹਨ। ਸੋ ਗੁਰੂ ਪਿਆਰਿਓ, ਦਾਤਾ ਜੀ ਦੇ ਇਸ ਅੰਦਾਜ਼ ਕਰਕੇ ਸੰਗਤਾਂ ਨੇ ਚੰਦਾ ਇਕੱਠਾ ਕੀਤਾ ਔਰ ਦੁਆਰਾ ਤੋਂ ਅਪੀਲ ਦਰਜ ਕੀਤੀ ਗਈ। ਇਸ ਵਾਰ ਇਹ ਜੋ ਅਪੀਲ ਸੀ ਹੁਸ਼ਿਆਰਪੁਰ ਦੀ ਬਜਾਏ ਜਲੰਧਰ ਸ਼ਹਿਰ ਵਿੱਚ ਦਰਜ ਕੀਤੀ ਗਈ। ਦਾਤਾ ਜੀ ਦਾ ਕੇਸ ਉਸ ਸਮੇਂ ਦਾ ਇੱਕ ਮਸ਼ਹੂਰ ਮੁਸਲਮਾਨ ਵਕੀਲ ਜਿਸ ਦਾ ਕਿ ਨਾਂ ਅਜੀਜ਼ ਅਲ-ਦੀਨ ਸੀ, ਉਹ ਲੜ ਰਿਹਾ ਸੀ। ਸੋ ਆਖਰੀ ਅਪੀਲ ਸੀ, ਦਾਤਾ ਜੀ ਨੂੰ ਕੋਰਟ ਦੇ ਵਿੱਚ ਹਾਜ਼ਰ ਕੀਤਾ ਗਿਆ। ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਪੀਰ ਪਾਦਰੀ ਦੇ ਨਾਂ 'ਤੇ 3 ਦਫਾ ਕੋਰਟ ਦੇ ਅੰਦਰੋਂ ਆਵਾਜ਼ ਪਈ ਤਾਂ ਉਹਨਾਂ ਦਾ ਵਕੀਲ ਅੰਦਰ ਨਾ ਗਿਆ। ਜੋ ਚੌਥੀ ਆਵਾਜ਼ 'ਤੇ ਉਹਨਾਂ ਦਾ ਵਕੀਲ ਅੰਦਰ ਦਾਖਲ ਹੋਇਆ ਤਾਂ ਸੈਸ਼ਨ ਜੱਜ ਨੇ ਉਸ ਨੂੰ ਉਸ ਦੇ ਲੇਟ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਵਕੀਲ ਨੇ ਕਿਹਾ ਕਿ ਮੈਨੂੰ ਤਾਂ ਲੱਗਦਾ ਹੈ ਇਹ ਜੋ ਪੀਰ ਪਾਦਰੀ ਹੈ ਇਹ ਵੀ ਪਾਗਲ ਹੈ ਔਰ ਉਹ ਸੈਸ਼ਨ ਜੱਜ ਵੀ ਪਾਗਲ ਹੈ ਜਿਸ ਨੇ ਇਸ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਹੈ। ਉਹ ਜੋ ਸੈਸ਼ਨ ਜੱਜ ਸੀ ਉਹ ਵੀ ਹੈਰਾਨ ਰਹਿ ਗਿਆ ਕਿ ਇਸ ਨੇ ਇਹ ਗੱਲ ਕਿਸ ਤਰ੍ਹਾਂ ਕਹਿ ਦਿੱਤੀ ਹੈ। ਤਾਂ ਸੈਸ਼ਨ ਜੱਜ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਉਸ ਸੈਸ਼ਨ ਜੱਜ ਨੂੰ ਕਿੱਦਾਂ ਪਾਗਲ ਕਹਿ ਸਕਦਾ ਹੈ। ਤਾਂ ਵਕੀਲ ਨੇ ਕਿਹਾ ਕਿ ਤੁਸੀਂ ਦੱਸੋ ਕਿ ਜਿਸ ਵਕਤ ਆਪਾਂ ਕਿਸੇ ਵੀ ਕਤਲ ਕੇਸ ਵਾਲੇ ਮੁਲਜ਼ਮ ਨੂੰ ਫਾਂਸੀ ਜਾਂ ਕਾਲੇ ਪਾਣੀ ਦੀ ਸਜ਼ਾ ਦਿੰਦੇ ਹਾਂ ਤਾਂ ਉਸ ਦੀ ਕੀ ਹਾਲਤ ਹੁੰਦੀ ਹੈ। ਤਾਂ ਉਸ ਸੈਸ਼ਨ ਜੱਜ ਨੇ ਕਿਹਾ ਕਿ ਉਹ ਜੋ ਮੁਲਜ਼ਮ ਹੁੰਦਾ ਹੈ ਉਹ ਜ਼ਿੰਦਗੀ ਔਰ ਮੌਤ ਦੇ ਵਿਚਕਾਰ ਲੜ ਰਿਹਾ ਹੁੰਦਾ ਹੈ, ਉਸ ਦੀ ਨਬਜ਼ ਹੌਲੀ ਹੋ ਜਾਂਦੀ ਹੈ, ਰੰਗ ਸਫੇਦ ਹੋ ਜਾਂਦਾ ਹੈ ਔਰ ਜ਼ਿੰਦਗੀ ਜਿਉਣ ਦੀ ਆਸ ਛੱਡ ਚੁੱਕਿਆ ਹੁੰਦਾ ਹੈ। ਸੋ ਵਕੀਲ ਕਹਿਣ ਲੱਗਾ ਕਿ ਜਿਸ ਵਕਤ ਇਸ ਪੀਰ ਪਾਦਰੀ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਇਸ ਦਾ ਰੰਗ ਤਾਂ ਅੱਗੇ ਨਾਲੋਂ ਵੀ ਲਾਲ ਹੋ ਗਿਆ ਔਰ ਉਹ ਆਪਣੀ ਸਜ਼ਾ ਸੁਣ ਕੇ ਬਹੁਤ ਹੀ ਖੁਸ਼ ਹੋ ਰਿਹਾ ਹੈ, ਮੌਤ ਦੇ ਡਰ ਤੋਂ ਬੇਖੌਫ ਹੈ। ਤਾਂ ਖੁਦ ਹੀ ਤੁਸੀਂ ਦੱਸੋ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਪਾਗਲਾਂ ਦੀਆਂ ਨਹੀਂ ਤਾਂ ਹੋਰ ਕਿਸ ਦੀਆਂ ਹੋ ਸਕਦੀਆਂ ਹਨ। ਸੋ ਸੈਸ਼ਨ ਜੱਜ ਵੀ ਸੋਚਾਂ ਵਿੱਚ ਪੈ ਗਿਆ। ਉਸ ਨੇ ਉਹ ਲਿਖਿਆ ਹੋਇਆ ਫੈਸਲਾ ਬਦਲ ਦਿੱਤਾ। ਉਸ ਜੱਜ ਨੇ ਕੀ ਕੀਤਾ, ਦਾਤਾ ਜੀ ਦੀ ਇਹ ਜੋ ਸਜ਼ਾ ਸੀ ਕਾਲੇ ਪਾਣੀ ਦੀ ਸਜ਼ਾ ਬਦਲ ਕੇ ਉਹਨਾਂ ਨੂੰ ਪਾਗਲ ਕਰਾਰ ਦੇ ਕੇ ਲਾਹੌਰ ਪਾਗਲਖਾਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ। ਗੁਰੂ ਪਿਆਰਿਓ ਦੱਸਦੇ ਹਨ ਕਿ ਜਿਸ ਜੱਜ ਨੇ ਮਾਸਤਾ ਨੂੰ ਇਹ ਸਜ਼ਾ ਸੁਣਾਈ ਸੀ ਉਹ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਵਿਦੇਸ਼ ਚਲਿਆ ਗਿਆ। ਜਿਸ ਵਕਤ ਦਾਤਾ ਜੀ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਗਿਆ ਤਾਂ ਉਹ ਜੋ ਜੱਜ ਸੀ ਉਹ ਵਿਦੇਸ਼ ਵਿੱਚ ਘੁੰਮ ਰਿਹਾ ਸੀ। ਮਸਤ ਉਸ ਦੇ ਕੋਲ ਵਿਦੇਸ਼ਾਂ ਵਿੱਚ ਵੀ ਪਹੁੰਚ ਗਏ। ਕਹਿੰਦੇ ਜਦੋਂ ਉਸ ਨੇ ਇੱਥੇ ਫੋਨ ਕਰਕੇ ਪੁੱਛਿਆ ਕਿ ਉਹ ਪੀਰ ਪਾਦਰੀ ਕਿੱਥੇ ਹੈ ਤਾਂ ਵਾਰਡਨਾਂ ਨੇ ਦੱਸਿਆ ਕਿ ਉਹ ਤਾਂ ਜੇਲ੍ਹ ਦੇ ਅੰਦਰ ਬੰਦ ਹੈ। ਸੋ ਇੰਨਾ ਹੀ ਸੁਣ ਕੇ ਉਹ ਸੈਸ਼ਨ ਜੱਜ ਹੈਰਾਨ ਰਹਿ ਗਿਆ ਔਰ ਦਾਤਾ ਜੀ ਦੇ ਕਦਮੀ ਪੈ ਗਿਆ। ਮਾਸਤਾ ਨੇ ਉਸ ਨੂੰ ਹੌਸਲਾ ਦਿੱਤਾ ਕਿ ਤੂੰ ਡਰ ਨਾ, ਅਸੀਂ ਸਿਰਫ ਤੈਨੂੰ ਮਿਲਣ ਹੀ ਆਏ ਸੀ। ਇੰਨਾ ਹੀ ਕਹਿ ਕੇ ਦਾਤਾ ਜੀ ਉੱਥੋਂ ਅਲੋਪ ਹੋ ਗਏ।
ਸੋ ਗੁਰੂ ਪਿਆਰਿਓ, ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਪਾਗਲ ਕਰਾਰ ਦੇ ਕੇ ਲਾਹੌਰ ਪਾਗਲਖਾਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸੋ ਉੱਥੇ ਜਾਂਦਿਆਂ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਬਹੁਤ ਹੀ ਜ਼ਿਆਦਾ ਕਰਾਮਾਤਾਂ ਕੀਤੀਆਂ। ਕਈਆਂ ਮਾਵਾਂ ਦੇ ਪੁੱਤ ਜੋ ਕਿ ਜੇਲ੍ਹ ਖਾਨੇ ਦੇ ਅੰਦਰ ਪਾਗਲ ਹੋਏ ਬੰਦ ਪਏ ਸਨ, ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਆਪਣੀ ਰਹਿਮਤ ਦੇ ਨਾਲ ਉਹਨਾਂ ਨੂੰ ਠੀਕ ਕੀਤਾ। ਸੰਗਤਾਂ ਨੂੰ ਇਹ ਵੀ ਦੱਸਦੇ ਹਾਂ ਕਿ ਲਾਹੌਰ ਦੇ ਵਿੱਚ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਚੱਕੀਆਂ ਵਾਲੀ ਸਰਕਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦਾਤਾ ਜੀ ਦਾ ਫੈਜ਼ ਅੱਜ ਵੀ ਉਸੇ ਤਰ੍ਹਾਂ ਹੀ ਉੱਥੇ ਚੱਲ ਰਿਹਾ ਹੈ। ਇੱਕ ਸ਼ਾਇਰ ਨੇ ਲਿਖਿਆ ਹੈ, ਹੋਇਆ ਨਾ ਕੋਈ ਹੋਣਾ ਮੀਆਂ ਹਸਨ ਮੁਹੰਮਦ ਸ਼ਾਹ ਦੇ ਨਾਲ ਦਾ, ਵਿੱਚ ਹਰਮੋਇਆ ਡੇਰਾ ਸੱਚੀ ਸਰਕਾਰ ਦਾ। ਹਸਨ ਮੁਹੰਮਦ ਸ਼ਾਹ ਜੀ ਨੇ ਕਰਾਮਤਾਂ ਦਿਖਾਈਆਂ ਨੇ, ਸਹੀ ਕੀਤਾ ਪਾਗਲਾਂ ਨੂੰ, ਚੱਕੀਆਂ ਚਲਾਈਆਂ ਨੇ। ਅੱਜ ਵੀ ਇਹ ਫੈਜ਼ ਜਾਰੀ ਮਸਤ ਬੇਮਿਸਾਲ ਦਾ, ਵਿੱਚ ਹਰਮੋਇਆ ਡੇਰਾ ਸੱਚੀ ਸਰਕਾਰ ਦਾ, ਹੋਇਆ ਨਾ ਕੋਈ ਹੋਣਾ ਹਸਨ ਮੁਹੰਮਦ ਸ਼ਾਹ ਦੇ ਨਾਲ ਦਾ। ਸੋ ਐਡੀਆਂ ਤਕੜੀਆਂ ਕਰਾਮਾਤਾਂ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਕੀਤੀਆਂ। ਗੁਰੂ ਪਿਆਰਿਓ, ਮਾਸਤਾਂ ਨੇ ਉਸ ਔਰਤ ਨੂੰ ਮਾਰ ਦਿੱਤਾ ਸੀ, ਜਿਸ ਕਰਕੇ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਜੇਲ੍ਹ ਵਿੱਚ ਜਾਣਾ ਪੈ ਗਿਆ ਸੀ। ਦਾਤਾ ਜੀ ਨੇ 24 ਸਾਲ 3 ਮਹੀਨੇ ਤੇ 7 ਦਿਨਾਂ ਦੀ ਸਜ਼ਾ ਪੂਰੀ ਕੀਤੀ। ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਉਸ ਵਕਤ ਦੇ ਬਹੁਤ ਬੜੇ ਅਫਸਰਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਸਮੇਂ ਤੋਂ ਪਹਿਲਾਂ ਰਿਹਾ ਕਰ ਦਿੰਦੇ ਹਾਂ, ਪਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਆਪਣੀ ਸਜ਼ਾ ਪੂਰੀ ਕਰਕੇ ਜਾਵਾਂਗੇ। ਸੋ ਸੱਚੀਆਂ ਸਰਕਾਰਾਂ 24 ਸਾਲ 3 ਮਹੀਨੇ ਤੇ 7 ਦਿਨਾਂ ਬਾਅਦ ਹਰਮੋਇਆ ਵਾਪਸ ਆਏ। ਸੋ ਦਾਤਾ ਜੀ ਨੇ ਲਾਹੌਰ ਵਿੱਚ ਬਹੁਤ ਸਾਰੀਆਂ ਕਰਾਮਾਤਾਂ ਕੀਤੀਆਂ। ਗੁਰੂ ਪਿਆਰਿਓ, ਦਾਤਾ ਜੀ ਦੀ ਸਿਫਤ ਕਰਦਿਆਂ ਹੋਇਆਂ, ਉਹਨਾਂ ਦੀ ਵੀਡੀਓ ਤਿਆਰ ਕਰਦਿਆਂ ਹੋਇਆਂ ਅਗਰ ਕਿਸੇ ਪ੍ਰਕਾਰ ਦੀ ਕੋਈ ਵੀ ਗਲਤੀ ਹੋ ਜਾਂਦੀ ਹੈ ਜਾਂ ਕੋਈ ਐਸਾ ਅਲਫਾਜ਼ ਬੋਲਿਆ ਜਾਂਦਾ ਹੋਵੇ ਜੋ ਕਿ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੀ ਸ਼ਾਨ ਦੇ ਖਿਲਾਫ ਹੋਵੇ, ਤਾਂ ਮੈਂ ਸਾਰੀਆਂ ਹੀ ਸੰਗਤਾਂ ਤੋਂ ਇਸ ਚੀਜ਼ ਦੀ ਮਾफ़ੀ ਮੰਗਦਾ ਹਾਂ ਔਰ ਆਪਣੀਆਂ ਸਰਕਾਰਾਂ ਤੋਂ ਵੀ ਮਾफ़ੀ ਮੰਗਦਾ ਹਾਂ। ਦਾਤਾ ਜੀ ਮਾफ़ੀ ਦੇਣ। ਸੋ ਦਾਤਾ ਜੀ ਦੀਆਂ ਅਗਲੀਆਂ ਵੀਡੀਓ ਜਲਦ ਹੀ ਅਪਲੋਡ ਕਰ ਦਿੱਤੀਆਂ ਜਾਣਗੀਆਂ। ਸੋ ਇੰਨਾ ਹੀ ਕਹਿੰਦਾ ਹੋਇਆ ਖੇਮਾ ਦਾ ਜਾਜਕ ਹਾਂ। ਸਾਰੀਆਂ ਹੀ ਸੰਗਤਾਂ ਨੂੰ ਜੈ ਮਾਸਤਾਂ ਦੀ, ਜੈ ਪੀਰਾਂ ਦੀ, ਜੈ ਪੀਰ ਮੀਆਂ ਹਸਨ ਮੁਹੰਮਦ ਸ਼ਾਹ ਜੀ।